ਇਹ ਉਹ ਜਗ੍ਹਾ ਹੈ ਜਿੱਥੇ 2019 ਡਰੱਗ ਇੰਸਪੈਕਟਰ ਨੇਹਾ ਸ਼ੌਰੀ ਜੋ ਕਿ ਜ਼ਿਲ੍ਹਾ ਲਾਇਸੈਂਸਿੰਗ ਅਥਾਰਟੀ ਦੀ ਪੋਜੀਸ਼ਨ ਤੇ ਬਤੌਰ ਜ਼ਿਲ੍ਹਾ ਲਾਇਸੈਂਸਿੰਗ ਅਥਾਰਟੀ ਇੱਥੇ ਡਿਊਟੀ ਦੇ ਰਹੇ ਸਨ, ਕੰਮ ਕਰ ਰਹੇ ਸਨ। ਬਹੁਤ ਹੀ ਨਿਡਰਤਾ ਨਾਲ ਉਹ ਕੈਮਿਸਟਾਂ ਤੇ ਰੇਡ ਕਰ ਰਹੇ ਸਨ ਤੇ ਉਹਨਾਂ ਨੇ ਇੱਕ ਵੱਡਾ ਡੀ ਐਡਿਕਸ਼ਨ ਸੈਂਟਰ ਤੇ ਰੇਡ ਕਰਕੇ ਬਿਊਪਰੋਨੋਰਫਿਨ ਦੀਆਂ ਇਲੀਗਲ ਸਪਲਾਈ, ਬਿਊਪਰੋਨੋਰਫਿਨ ਗੋਲੀਆਂ ਦੀਆਂ ਇਲੀਗਲ ਸਪਲਾਈ ਨੂੰ ਰੋਕਿਆ ਤੇ ਇਹੋ ਜਿਹੇ ਹੋਰ ਕਈ ਡੀ ਐਡਿਕਸ਼ਨਸ ਤੇ ਰੇਡ ਵੀ ਕੀਤੀ, ਕੈਮੀ ਸ਼ਾਪਸ ਤੇ ਰੇਡ ਕੀਤੀ ਤੇ ਕੁਝ ਹੀ ਮਹੀਨਿਆਂ ਦੇ ਅੰਦਰ ਉਹਨਾਂ ਦੇ ਦਫ਼ਤਰ 'ਚ ਕੁਰਸੀ ਤੇ ਬੈਠੀ ਦਾ ਕਤਲ ਕਰ ਦਿੱਤਾ ਗਿਆ। ਗੱਲ ਇੱਥੇ ਹੀ ਨਹੀਂ ਮੁੱਕਦੀ। ਉਹ ਸ਼ਖਸ ਬਲਵਿੰਦਰ ਸਿੰਘ ਨਾਂ ਦਾ ਉਹ ਸ਼ਖਸ ਬਾਹਰ ਜਾਂਦਾ ਹੈ, ਫਸਟ ਫਲੋਰ 'ਤੇ ਹਾਦਸਾ ਹੁੰਦਾ ਹੈ ਤੇ ਗੋਲੀ ਮਾਰਨ ਤੋਂ ਬਾਅਦ ਜਦੋਂ ਉਹ ਥੱਲੇ ਉਤਰ ਕੇ ਆਪਣੇ ਮੋਟਰਸਾਈਕਲ ਵੱਲ ਨੱਠਦਾ ਹੈ, ਪਾਰਕਿੰਗ ਲੋਟ 'ਤੇ ਨੱਠਦਾ ਹੈ ਤੇ ਇੱਕ ਪੰਜਾਬੀ ਲੋਕਲ ਨਿਊਜ਼ ਚੈਨਲ 'ਚ ਅੱਧੇ ਘੰਟੇ ਤੋਂ ਵੀ ਘੱਟ ਸਮਾਂ 'ਚ ਇਹ ਖਬਰ ਫੈਲਾ ਦਿੱਤੀ ਜਾਂਦੀ ਹੈ ਕਿ ਬਲਵਿੰਦਰ ਸਿੰਘ ਨੇ ਨੇਹਾ ਨੂੰ ਗੋਲੀ ਮਾਰਨ ਤੋਂ ਬਾਅਦ ਆਤਮ ਹੱਤਿਆ ਕਰ ਲਈ, ਉਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਹੁਣ ਇੱਥੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਨੇ। SIT ਬਣੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਸ ਟੀਮ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹਾਂ ਉਹਨੇ ਖੁਦਕੁਸ਼ੀ ਕਰ ਲਈ। ਲੇਕਿਨ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਇਨਵੈਸਟੀਗੇਸ਼ਨ 'ਚ ਕੀ ਚੋਰ ਮੋਰੀਆਂ ਨੇ, ਕੀ ਗੈਪਸ ਨੇ, ਇਸ ਇਨਵੈਸਟੀਗੇਸ਼ਨਸ ਕੀ ਫਲॉ ਹੈ। जिसने गोलियां मारियां बेटी दे ਉਹਦਾ ਨਾਮ ਬਲਵਿੰਦਰ ਸਿੰਘ ਸੀ ਤੇ ਉਹ ਦਫ਼ਤਰ 'ਚ ਗੋਲੀਆਂ ਮਾਰ ਕੇ ਫਸਟ ਫਲੋਰ ਤੋਂ ਗਰਾਊਂਡ ਫਲੋਰ ਤੇ ਆਇਆ ਤੇ ਬਾਹਰ ਗੇਟ ਤੇ ਆਪਣਾ ਮੋਟਰਸਾਈਕਲ ਚੱਕ ਕੇ ਚਲਾ ਕੇ ਚੱਲ ਪਿਆ। ਤੋ ਜਦੋਂ 50 ਗਜ਼ ਹੋਰ ਅੱਗੇ ਮੋੜ ਤੇ ਮੁੜਿਆ ਤਾਂ ਉਹ ਤੇ ਮੈਨੂੰ ਇਹ ਯਕੀਨ ਹੈ ਕਿ ਉਹਨੂੰ ਵੀ ਮਾਰ ਦਿੱਤਾ ਗਿਆ। ਉਹਦੇ 2 ਗੋਲੀਆਂ ਮਾਰੀਆਂ, ਇੱਕ ਹੈਡ 'ਚ, ਇੱਕ ਸੀਨੇ ਕੋਲ। ਇਹ ਕੀ ਹੈ? ਇਹਨੂੰ ਇਨਵਾਈਟ ਕੀਤਾ ਸੀਗਾ ਰੋਪੜ, ਕੋਈ ਕਿਸੇ ਫੰਕਸ਼ਨ ਜਾਂ ਕੋਈ ਮੈਚ ਸੀਗਾ ਉੱਥੇ। ਜਦੋਂ ਇਹ ਉੱਥੇ ਪੋਸਟਿੰਗ ਸੀ ਰੋਪੜ, ਜਦੋਂ ਪੋਸਟਿੰਗ ਸੀਗੀ, ਹਾਂ, ਐਜ਼ ਅ ਡਰੱਗ ਇੰਸਪੈਕਟਰ। ਹਾਂ, ਐਜ਼ ਅ ਡਰੱਗ ਇੰਸਪੈਕਟਰ ਸੀਗੀ। ਉਸ ਵੇਲੇ ਦੀ ਫੋਟੋ ਹੈ ਇਹ। ਇਸੇ ਤਰ੍ਹਾਂ ਆ ਵੀ ਫੋਟੋ ਇਹਦੀ ਉਸੇ ਤਰ੍ਹਾਂ ਦੀ ਹੈ। ਇਹ ਤਾਂ ਯੂਥ ਨਾਲ ਖੜੀ ਹੈ ਬਕਾਇਦਾ। ਇਟ ਮੀਨਸ ਦੇ ਯੂਜ਼ਡ ਟੂ ਰੀਅਲੀ, ਹਾਂ, ਦੇ ਉਹਨੂੰ ਕਾਫੀ ਐਡੋਰ ਕਰਦੇ ਸੀਗੇ, ਐਡੋਰ ਕਰਦੇ ਸੀ, ਮਤਲਬ ਕਿ ਐਜ਼ ਅ ਰੋਲ ਮਾਡਲ। ਮਤਲਬ ਕਿ ਜੱਟਾਂ ਦੇ ਬੱਚੇ ਨਾ ਜਿਹੜੇ ਦੇਖ ਕੇ ਕਿ ਡਰੱਗਸ ਦਾ ਇਹਦਾ ਮਤਲਬ ਗੱਲਬਾਤ ਖੁੱਲਦੀ ਸੀ, ਇਹ ਬਹੁਤ ਖੁੱਲਦੀ ਸੀ। 40-50 ਬੱਚੇ ਆ ਵੀ ਜ਼ਿਆਦਾ ਕਲੀਅਰ ਹੈ, ਇਹੀ ਸੇਮ ਫੋਟੋ ਨਾ ਜ਼ਿਆਦਾ ਕਲੀਅਰ। ਮਤਲਬ ਕਿ ਬੱਚੇ ਇਹਨੂੰ ਇਨਵਾਈਟ ਕਰਦੇ ਸੀ ਸਾਰੇ ਫੰਕਸ਼ਨਾਂ ਤੇ ਰੋਪੜ। ਅਸੀਂ ਹੁਣ ਇੱਕ ਡਰੱਗ ਕੰਟਰੋਲਰ ਬਿਲਡਿੰਗ ਦੇ ਸਾਹਮਣੇ ਖੜੇ ਹਾਂ। ਨੇਹਾ ਸ਼ੌਰੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਬਲਵਿੰਦਰ ਸਿੰਘ ਬਾਹਰ ਨੱਠਦਾ ਹੋਇਆ ਆਇਆ ਤੇ ਉਹ ਗੇਟ ਤੋਂ ਨਿਕਲ ਕੇ ਕਹਿੰਦੇ, ਉਹ ਕਿਹਾ ਜਾਂਦਾ ਹੈ ਕਿ ਇਹ ਉਹ ਖੰਭਾ ਜਿੱਥੇ ਉਹਦੀ ਮੋਟਰਸਾਈਕਲ ਖੜੀ ਸੀ ਤੇ ਉਹ ਮੋਟਰਸਾਈਕਲ ਚੁੱਕਣ ਲੱਗਿਆ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। 2 ਗੋਲੀਆਂ ਮਾਰ ਲਈਆਂ, ਇੱਕ ਇੱਥੇ ਮਾਰੀ ਤੇ ਇੱਕ ਛਾਤੀ 'ਚ ਮਾਰੀ। ਕੀ ਇਹ ਸੰਭਵ ਹੈ ਕਿ ਜਿਹੜਾ ਬੰਦਾ ਖੁਦਕੁਸ਼ੀ ਵੀ ਕਰੂਗਾ ਉਹ ਇੱਕ ਗੋਲੀ ਮੱਥੇ ਤੇ ਐਂ ਕਰਕੇ ਸਾਹਮਣੇ ਮਾਰੇਗਾ ਤੇ ਉਸ ਤੋਂ ਬਾਅਦ ਛਾਤੀ ਤੇ ਵੀ ਮਾਰੇਗਾ? ਤੇ ਦੂਸਰੀ ਗੱਲ ਕਿ ਉਹਨੂੰ ਦੂਸਰੀ ਗੋਲੀ ਮਾਰਨ ਦਾ ਟਾਈਮ ਮਿਲ ਜਾਏਗਾ? ਜੇ ਉਹਨੇ ਪਹਿਲਾਂ ਸਿਰ ਤੇ ਮਾਰੀ ਹੋਵੇ ਉਸ ਤੋਂ ਬਾਅਦ ਉਹ ਛਾਤੀ ਤੇ ਮਾਰੇਗਾ, ਜਾਂ ਜੇ ਉਹਨੇ ਛਾਤੀ ਤੇ ਮਾਰੀ ਹੋਵੇ ਉਸ ਤੋਂ ਬਾਅਦ ਉਹ ਸਿਰ ਤੇ ਗੋਲੀ ਮਾਰੇਗਾ, ਔਰ ਉਹ ਵੀ ਇਸ ਤਰ੍ਹਾਂ ਕਰਕੇ। ਇਹ ਸਾਰੀ ਗੱਲ ਜਿਹੜੀ ਹੈ ਇਨਵੈਸਟੀਗੇਸ਼ਨ ਦਾ ਮੈਟਰ ਸੀ। ਇਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਨੇਹਾ ਸ਼ੌਰੀ ਦੇ ਪਿਤਾ ਜੀ ਕੈਪਟਨ ਸ਼ੌਰੀ ਨੇ ਇਹ ਗੱਲ ਨੂੰ ਚੈਲੰਜ ਕੀਤਾ। ਪੁਲਿਸ ਵੱਡੇ ਸੀਨੀਅਰ IPS ਆਫੀਸਰਸ ਦੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਸੀ ਉਹਨੂੰ ਚੈਲੰਜ ਕਰਕੇ ਉਹ ਹਾਈ ਕੋਰਟ ਪਹੁੰਚੇ। ਇਹ ਉਹੀ ਕਮਰਾ ਹੈ, ਕਮਰਾ ਨੰਬਰ 211 ਇਸ ਬਿਲਡਿੰਗ ਦੀ ਡਰੱਗ ਕੰਟਰੋਲਰ ਆਫਿਸ ਦੇ ਫਸਟ ਫਲੋਰ ਤੇ, ਜਿੱਥੇ ਨੇਹਾ ਸ਼ੌਰੀ, ਡਰੱਗ ਇੰਸਪੈਕਟਰ ਨੇਹਾ ਸ਼ੌਰੀ ਬੈਠੇ ਸਨ। ਨੇਹਾ ਸ਼ੌਰੀ ਬਤੌਰ ਜ਼ਿਲ੍ਹਾ ਲਾਇਸੈਂਸਿੰਗ ਅਥਾਰਟੀ ਇਸ ਕਮਰੇ 'ਚ ਕੰਮ ਕਰਦੇ ਸਨ, ਜਿੱਥੇ ਬਲਵਿੰਦਰ ਆਇਆ ਤੇ ਉਹਨੇ ਆਪਦੇ ਰਿਵਾਲਵਰ ਤੋਂ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਕ ਔਰ ਕਈ ਸੂਤਰਾਂ ਦੇ ਮੁਤਾਬਕ 6 ਦੀ 6 ਗੋਲੀਆਂ ਨਾਲ ਨੇਹਾ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਜਦੋਂ ਮੈਂ ਪੋਸਟਮਾਰਟਮ ਦੀ ਰਿਪੋਰਟ ਨੂੰ ਆਪ ਪੜ੍ਹਿਆ ਪਹਿਲਾਂ, ਬੀਇੰਗ ਅ ਮੈਡੀਕਲ ਮੈਨ, ਫਿਰ ਮੈਂ ਆਪਣੇ ਕਿਸੇ ਫਰੈਂਡਸ ਦੇ ਕੋਲੋਂ ਜਿਹੜੇ ਐਕਸਪਰਟ ਫੋਰੈਂਸਿਕ ਦੇ ਐਕਸਪਰਟਸ ਨੇ, ਉਹਨਾਂ ਦੀ ਓਪੀਨੀਅਨ ਵੀ ਲਈ ਵੀ ਤੁਸੀਂ ਯਾਰ ਮੈਨੂੰ ਤਾਂ, ਮੈਂ ਉਹਨੇ ਕਿਹਾ ਕਿ ਮੈਨੂੰ ਇਹ ਲੱਗਦਾ ਕਿ ਇਹਦੇ 'ਚ ਜਿਹੜਾ ਹੈਗਾ ਇਹ ਸੁਸਾਈਡ ਨਹੀਂ ਹੋਇਆ, ਇਹ ਮਰਡਰ ਹੋਇਆ ਬਲਵਿੰਦਰ ਸਿੰਘ ਦਾ। ਉਹ ਕੁੜੀ ਦਾ ਤਾਂ ਮਰਡਰ ਹੀ ਹੋਇਆ, ਨੇਹਾ ਸ਼ੌਰੀ ਦਾ, ਲੇਕਿਨ ਜਿਸ ਨੇ ਉਸ ਨੂੰ ਮਾਰਿਆ ਸੀਗਾ, ਜਿਹੜਾ ਮਰਡਰਰ ਸੀਗਾ, ਉਹ ਉਸ ਦਾ ਮਰਡਰ ਹੋਇਆ, ਉਸਨੇ ਸੁਸਾਈਡ ਨਹੀਂ ਕੀਤਾ। ਤਾਂ ਮੇਰੇ ਕੋਲ ਜੋ ਇਨਫੋਰਮੇਸ਼ਨ ਫਰੈਂਡਸ ਦੇ ਥਰੂ ਆਈ ਆ ਉਹ ਵੀ ਇਹੀ ਹੈਗੀ ਹੈ
ਕਿ ਵਾਕਿਆ ਹੀ ਯਾਰ ਇਹ ਮਰਡਰ ਹੋਇਆ ਲੱਗਦਾ ਹੈ, ਸੁਸਾਈਡ ਨਹੀਂ ਹੋਇਆ ਲੱਗਦਾ। ਮੈਂ ਪੋਸਟਮਾਰਟਮ ਦੀ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਜਿਹੜੀ ਹੁੰਦੀ ਹੈ ਜਿੱਥੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਨੇਹਾ ਸ਼ੌਰੀ ਦਾ ਜੀ, ਕਿ ਤੁਸੀਂ ਦੇਖੋ ਕਿ ਉਹਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਬਲਵਿੰਦਰ ਸਿੰਘ ਜਿਹਨੇ ਮਾਰਿਆ ਨੇਹਾ ਸ਼ੌਰੀ ਨੂੰ, ਚਲੋ ਨੇਹਾ ਸ਼ੌਰੀ ਦਾ ਜਿਹੜਾ ਪੋਸਟਮਾਰਟਮ ਹੋਇਆ ਉਹ ਇੱਕ ਵੱਖਰਾ ਇਸ਼ੂ ਹੈ ਵਿੱਚ, ਕਿਉਂਕਿ ਉਹਦੀ ਤਾਂ ਡੈਥ ਹੋ ਚੁੱਕੀ ਹੈ ਵਿੱਚ। 2 ਗੋਲੀਆਂ ਲੱਗੀਆਂ ਦਿਖਾਈਆਂ ਬਲਵਿੰਦਰ ਸਿੰਘ ਦੇ, ਇੱਕ ਮੱਥੇ ਤੇ ਲੱਗੀ ਹੋਈ ਮਤਲਬ ਦਿਮਾਗ ਦੇ ਵਿੱਚੋਂ, ਇੱਕ ਦਿਖਾਈ ਛਾਤੀ ਦੇ ਵਿੱਚ ਜਿਹੜੀ ਮੇਨ ਨਾਲੀ ਹੁੰਦੀ ਹੈ ਖੂਨ ਵਾਲੀ। ਉਹਦੇ 'ਚ ਮੇਰਾ ਐਜ਼ ਏ ਮੈਡੀਕਲ ਪਰਸਨ ਓਪੀਨੀਅਨ ਇਹ ਹੈਗਾ ਕਿ ਜੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਵਾਰੀ ਗੋਲੀ ਵੱਜ ਜਾਵੇ ਤਾਂ ਤੁਸੀਂ ਫਿਰ ਦੁਬਾਰਾ ਛਾਤੀ 'ਚ ਮਾਰਨ ਜੋਗੇ ਨਹੀਂ ਰਹਿੰਦੇ, ਜਾਂ ਫਿਰ ਜੇ ਛਾਤੀ 'ਚ ਵੱਜ ਗਈ ਹੈ ਮੇਨ ਨਾਲੀ ਜਿਹੜੀ ਮੇਨ ਵਾਈਟਲ ਨਾੜੀ ਜਿਹੜੀ ਜਿਹਦੇ 'ਚ ਖੂਨ ਮੇਨ ਜਾਂਦਾ ਹੈ ਉਹਦੇ 'ਚ ਵੱਜ ਗਈ ਹੈ ਤੇ ਫਿਰ ਤੁਸੀਂ ਦੁਬਾਰਾ ਕਿੱਥੇ ਤੁਹਾਡੇ ਕੋਲ ਇੰਨਾ ਟਾਈਮ ਹੁੰਦਾ ਕਿ ਤੁਸੀਂ ਸਿਰ 'ਚ ਗੋਲੀ ਮਾਰ ਲਓ। ਸੋ ਉਹ ਦੋਵੇਂ ਗੱਲਾਂ ਇੰਡੀਕੇਟ ਕਰਦੀਆਂ ਸੀ। ਫਿਰ ਦੂਸਰੀ ਗੱਲ ਉਹਦੇ 'ਚ ਇੰਡੀਕੇਟ ਕਰਦੀ ਸੀ ਕਿ ਜਿਹੜੀ ਗੋਲੀ ਦਾ ਵੂੰਡ ਦਿਖਾਇਆ ਗਿਆ ਨੇਹਾ ਸ਼ੌਰੀ ਦਾ, ਜਿਹਦੇ 'ਚ 6-7 ਗੋਲੀਆਂ ਲੱਗੀਆਂ ਦਿਖਾਈਆਂ ਹੋਈਆਂ ਨੇ, ਉਹ ਵੂੰਡ ਹੈਗਾ ਰਾਊਂਡ, ਔਰ ਜਿਹੜਾ ਇਹਦਾ ਜਿਹੜਾ ਵੂੰਡ ਦਾ ਦਿਖਾਇਆ ਹੋਇਆ ਸ਼ੇਪ ਉਹ ਦਿਖਾਈ ਹੋਈ ਹੈ ਓਵਲ। both the wounds of Balwinder, ਹਾਂ ਵਿਦ ਓਵਲ ਜਿਹੜਾ ਹੈਗਾ ਵੂੰਡ ਹੈ ਉਹ ਕਲੀਅਰ ਹੈ ਗੱਲ। ਉਹ ਪੋਸਟਮਾਰਟਮ ਵਿੱਚ ਹੀ ਲਿਖਣੀ ਪੈਣੀ ਸੀ ਨਾ, ਲਿਖੀ ਹੋਈ ਹੈ, ਕੁੜੀ ਦੀ ਵੀ ਲਿਖੀ ਹੋਈ ਹੈ ਜਿਹਨੇ ਪੋਸਟਮਾਰਟਮ ਕੀਤਾ, ਮੁੰਡੇ ਦਾ ਵੀ ਲਿਖਿਆ ਹੈ ਜਿਹਨੇ ਪੋਸਟਮਾਰਟਮ ਕੀਤਾ। ਫਿਰ ਉਹਦੇ 'ਚ ਇੱਕ ਹੋਰ ਜਿਹੜੀ ਵਿੱਚ ਜਿੱਥੋਂ ਡਾਊਟ ਹੋਰ ਵੱਡਾ ਵੀ ਹੋਰ ਵੀ ਡਾਊਟ ਪੈਣ ਲੱਗ ਜਾਂਦਾ, ਉਹ ਜਿਹੜੀ ਕੁੜੀ ਮੁੰਡੇ ਦੇ ਵਿੱਚੋਂ ਜਿਹੜੀਆਂ ਗੋਲੀਆਂ ਕੱਟੀਆਂ ਬਲਵਿੰਦਰ ਸਿੰਘ ਦੇ, ਉਹਦੀਆਂ ਜਿਹੜੀਆਂ ਗੋਲੀਆਂ ਨੇ ਉਹਨਾਂ ਨੂੰ ਪੈਕ ਨਹੀਂ ਕੀਤਾ ਦਿਖਾਇਆ ਹੋਇਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿ ਉਹਨਾਂ ਨੂੰ ਫੋਰੈਂਸਿਕ ਲੈਬ ਵਾਸਤੇ ਭੇਜਿਆ ਹੋਵੇ। ਇਹਦਾ ਮਤਲਬ ਫਿਰ ਹੋਰ ਡਾਊਟ ਹੋ ਗਿਆ ਪਿੱਛਾ। ਨਹੀਂ, ਜਿਹੜੀਆਂ ਗੋਲੀਆਂ ਸੀ ਉਹ ਆਰ ਪਾਰ ਨਹੀਂ ਕਰਕੇ ਗਈਆਂ ਬਲਵਿੰਦਰ ਨੂੰ, ਸਟਕ ਸੀ ਹਾਂ ਸਟਕ ਸੀ ਨਾ, ਕੱਢੀਆਂ ਹੋਈਆਂ ਵਿੱਚ। ਅੱਛਾ, ਹਾਂ ਕੱਢੀਆਂ ਦਿਖਾਈਆਂ ਦੱਸੀਆਂ ਗਈਆਂ, ਲੇਕਿਨ ਉਹਨਾਂ ਨੂੰ ਪੈਕ ਕਰਕੇ ਫੋਰੈਂਸਿਕ ਵਾਸਤੇ ਦੇਣਾ ਸੀਗਾ, ਉਹ ਨਹੀਂ ਦਿਖਾਇਆ ਗਿਆ। ਉਹ ਇਹ ਇੰਡੀਕੇਟ ਕਰ ਰਿਹਾ ਕਿ ਇਹ ਸੁਸਾਈਡ ਨਹੀਂ ਹੈ, ਇਹ ਉਹਦਾ ਮਰਡਰ ਹੋਇਆ। ਇਹ ਗੱਲਾਂ ਸਾਰੀਆਂ ਇੰਡੀਕੇਟ ਕਰ ਰਹੀਆਂ ਨੇ ਕਿ ਮਰਡਰ ਹੋਇਆ। ਇੱਕ ਜਿਹੜਾ ਗੋਲੀ ਵਾਈਟਲ ਆਰਗਨਸ ਤੇ ਲੱਗਣਾ ਉਹ 2 ਥਾਵਾਂ ਤੇ, ਵੂੰਡ ਜਿਹੜਾ ਹੈਗਾ ਉਹ ਵੱਖਰਾ ਹੋਣਾ, ਕੁੜੀ ਦਾ ਵੱਖਰਾ ਹੋਣਾ, ਇਸ ਦਾ ਵੱਖਰਾ ਹੋਣਾ, ਫਿਰ ਉਹ ਗੋਲੀਆਂ ਜਿਹੜੀਆਂ ਫੋਰੈਂਸਿਕ ਵਾਸਤੇ ਨਾ ਭੇਜਣਾ, ਇਹ ਸਾਰੀਆਂ ਡਾਊਟ ਕ੍ਰੀਏਟ ਕਰ ਰਹੀਆਂ ਨੇ ਵਿੱਚ ਜਿਹੜੀ ਹੈਗੀ ਹੈ। ਬਾਕੀ ਤਾਂ ਫਿਰ ਇਹ ਸਾਰਾ ਇਨਕੁਆਇਰੀ ਦਾ ਪਾਰਟ ਬਣ ਜਾਂਦਾ, ਜਿੱਥੇ ਅਸੀਂ ਐਜ਼ ਏ ਹੈਲਥ ਆਫੀਸਰ ਜਾਂ ਹੈਲਥ ਡਿਪਾਰਟਮੈਂਟ ਦਾ ਪਾਰਟ ਹੋਣ ਦੇ ਨਾਤੇ ਸਰਕਾਰ ਦੀ ਮੈਂ ਨਿਕੰਮੀ ਗੱਲ ਕਹਿਣਾ ਕਿ ਸਰਕਾਰ ਚੁੱਪ ਕਰਕੇ ਬੈਠੀ ਹੈ ਔਰ ਇਹ ਗੱਲ ਕਹਿ ਕੇ ਕਿ ਕਲੋਜ਼ਰ ਰਿਪੋਰਟ ਦੀ ਜਿਹੜੀ ਹੈਗੀ ਹੈ ਬਣਾਈ ਬੈਠੀ ਹੈ ਕਿ ਸੁਸਾਈਡ ਕਰ ਲਿਆ। ਕਾਫੀ ਖੁਸ਼ ਸੀ ਜਦੋਂ ਜੌਬ ਲੱਗੀ ਉਹਦੀ। ਹਾਂਜੀ ਸ਼ੀ ਵਾਸ ਵੈਰੀ ਖੁਸ਼ ਵੀ ਸੀ ਔਰ ਉਹਨੇ ਬੜੀ ਮਿਹਨਤ ਕੀਤੀ ਇਸ ਜੌਬ 'ਚ। ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਸ਼ੀ ਉਹਦੀ ਰੈਪੂਟੇਸ਼ਨ ਬੜੀ ਅੱਛੀ ਸੀ ਸਭ ਦੇ ਨਾਲ। ਤੇ ਤੁਸੀਂ ਦੇਖੋ ਐਜ਼ ਏ ਡਾਕਟਰ ਸਾਨੂੰ ਟੈਨਸ਼ਨ ਤਾਂ ਸੀਗੀ, ਸਾਨੂੰ ਲੱਗਦਾ ਸੀ ਕਿ ਬੱਚਾ ਆਫਿਸ 'ਚ ਜ਼ਿਆਦਾ ਸੇਫ ਹੈ, ਫੀਲਡ 'ਚ ਬੱਚਾ ਇਕੱਲਾ ਜਾਂਦਾ, ਸਾਨੂੰ ਨਾਲ ਜਾਣਾ ਚਾਹੀਦਾ ਐਜ਼ ਏ ਫਾਦਰ। ਔਰ ਫਾਦਰ ਵੀ ਤੁਹਾਨੂੰ ਪਤਾ ਆਰਮੀ 'ਚੋਂ ਸੀਗੇ, ਉਹਨਾਂ ਨੇ ਕਦੀ ਆਪਣੇ ਬੱਚੇ ਨੂੰ ਨਹੀਂ ਰੋਕਿਆ ਕਿ ਤੁਸੀਂ ਨਾ ਰੁਕੋ, ਇੱਦਾਂ ਦੇ ਕੰਮ ਨਾ ਕਰੋ। ਉਹ ਕਹਿੰਦੇ ਸੀ ਨਹੀਂ ਕੰਮ ਤਾਂ ਕਰਨਾ ਹੀ ਹੈ, ਕੰਟਰੀ ਦੇ ਲਈ ਤਾਂ ਕਰਨਾ ਹੈ ਨਾ, ਦੇਸ਼ ਤਾਂ ਸਾਡਾ ਹੀ ਹੈ ਨਾ, ਜਨਤਾ ਤਾਂ ਸਾਡੀ ਹੈ ਨਾ, ਜਿਹੜੇ ਡਰੱਗਸ ਲੈ ਰਹੇ ਉਹ ਵੀ ਸਾਡੇ ਹੀ ਬੱਚੇ ਹੈ ਨਾ, ਅਸੀਂ ਨਹੀਂ ਰੋਕਾਂਗੇ ਤਾਂ ਕੌਣ ਰੋਕੇਗਾ ਫਿਰ। ਗੁਰਮੀਤ ਸਿੰਘ ਡਰੱਗ ਡਿਪਾਰਟਮੈਂਟ ਦਾ ਇੱਕ ਟੈਂਪਰੇਰੀ EMPLOYE ਹੈ ਜਿਹੜਾ ਕੰਟਰੈਕਟ ਤੇ ਹੈ। ਉਹ ਬੇਟੀ ਨਾਲ ਕੰਪਿਊਟਰ ਆਪਰੇਸ਼ਨ ਲਈ ਅਟੈਚ ਸੀਗਾ ਔਰ ਉਹ ਤੋਂ FIR ਕਰਵਾਈ ਗਈ ਔਰ ਉਹ ਗਲਤ FIR ਕਰਵਾਈ ਪੂਰੀ, ਕਿਉਂਕਿ ਨਾ ਹੀ ਉਹ ਮੌਕੇ ਤੇ ਸੀਗਾ ਔਰ ਨਾ ਹੀ ਉਹਨੂੰ ਕੋਈ ਕੰਸਰਨ ਸੀਗਾ। ਫਿਰ ਹੋਇਆ ਕੀ? ਫਿਰ FIR ਕਰਾ ਕੇ ਜਦੋਂ ਕਲੋਜ਼ ਕਰਤੀ ਰਿਪੋਰਟ ਜਨਵਰੀ ਦੇ ਆਸ-ਪਾਸ। ਤੁਹਾਡਾ ਇਹ ਬਿਆਨ ਲਿਆ ਪੁਲਿਸ ਨੇ ਇਨਵੈਸਟੀਗੇਸ਼ਨ ਵਿੱਚ? ਪੁਲਿਸ ਨੇ ਸਾਡਾ ਕੋਈ ਬਿਆਨ ਨਹੀਂ ਲਿਆ ਔਰ ਸਾਨੂੰ ਪੂਰਾ ਹਨੇਰੇ 'ਚ ਰੱਖਿਆ। ਪੁਲਿਸ ਨੇ ਉਹਦਾ ਸਿੱਟਾ ਇਹ ਕੱਢਿਆ ਕਿ ਬਲਵਿੰਦਰ ਸਿੰਘ ਦੇ ਜਦੋਂ ਬੇਟੀ ਨੇ 11 ਸਾਲ ਪਹਿਲੇ ਛਾਪਾ ਮਾਰਿਆ ਸੀ ਪ੍ਰੋਬੇਸ਼ਨ ਤੇ ਹੁੰਦੇ, ਉਹ ਤੋਂ ਬਾਅਦ ਉਹਦਾ ਕੰਮ ਘਟਦਾ ਗਿਆ ਔਰ ਫਾਈਨੈਂਸ਼ਲੀ ਕਿਹਦਾ ਕੰਮ ਘਟਦਾ ਗਿਆ? ਬਲਵਿੰਦਰ ਸਿੰਘ ਦਾ ਕੰਮ ਘਟਦਾ ਗਿਆ ਔਰ ਉਹ ਗਰੀਬੀ ਵੱਲ ਗਰੀਬ ਹੁੰਦਾ ਗਿਆ ਤੇ ਉਹਨੇ 11 ਸਾਲ ਬਾਅਦ ਦੁਸ਼ਮਣੀ ਲਿੱਤੀ ਔਰ ਫੈਸਲਾ ਕੀਤਾ ਕਿ ਨੇਹਾ ਸ਼ੌਰੀ ਨੂੰ ਮਾਰ ਦੂੰਗਾ ਤੇ ਜਿੱਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਆਉਂਦਾ।
ਅਸੀਂ ਸਾਰੀ ਚੀਜ਼ ਜੋ ਸਮਝੀ ਤਾਂ ਫਿਰ ਪੁਲਿਸ ਡਿਪਾਰਟਮੈਂਟ ਨੂੰ ਸਾਰਾ ਲਿਖ ਕੇ ਦੱਸਿਆ ਕਿ ਇਹ ਚੀਜ਼ਾਂ ਇਹ ਕਮੀਆਂ ਨੇ। ਇਹ ਤੋਂ ਲੱਗਦਾ ਹੈ ਕਿ ਇਹ ਸੁਸਾਈਡ ਨਹੀਂ ਹੈ, ਇਹ ਪਲਾਂਟ ਕੀਤਾ ਸੀ ਨੇਹਾ ਨੂੰ ਮਾਰਨ ਲਈ, ਔਰ ਉਹਨੂੰ ਵੀ ਮਾਰ ਦਿੱਤਾ ਗਿਆ ਤਾਂ ਕਿ ਓਪਨ ਐਂਡ ਸ਼ਟ ਕੇਸ ਹੋ ਜਾਏ। ਸਾਨੂੰ ਪੱਕਾ ਵਿਸ਼ਵਾਸ ਹੈ ਕਿ ਉਹਨੂੰ ਪਲਾਂਟ ਕੀਤਾ ਨੇਹਾ ਸ਼ੌਰੀ ਨੂੰ ਮਾਰਨ ਲਈ, ਔਰ ਬਾਅਦ 'ਚ ਉਹਨੂੰ ਵੀ ਮਾਰ ਦਿੱਤਾ ਗਿਆ। 10 ਮਾਰਚ 19 ਨੂੰ ਸੰਡੇ ਦਾ ਦਿਨ ਸੀ। ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੇ ਮਾਡਲ ਕੋਡ ਆਫ ਕੰਡਕਟ ਡਿਕਲੇਅਰ ਕਰਦੇ ਹੋਏ ਲੋਕ ਸਭਾ ਦੇ ਇਲੈਕਸ਼ਨਸ ਅਨਾਉਂਸ ਕਰ ਦਿੱਤੇ। ਰੋਪੜ ਐਡਮਿਨਿਸਟ੍ਰੇਸ਼ਨ ਨੇ ਲਾਇਸੈਂਸ ਇਸ਼ੂ ਦੀ ਪ੍ਰੋਸੈਸ ਸ਼ੁਰੂ ਕੀਤੀ। ਪਲਾਂਟਡ ਬਲਵਿੰਦਰ ਸਿੰਘ ਜਿਹੜਾ ਸੀ ਉਹ ਮਰਡਰ ਕਰਨ ਲਈ ਬੇਟੀ ਦਾ ਰਿਵਾਲਵਰ ਲਾਇਸੈਂਸ ਦੀ ਪ੍ਰੋਸੈਸ ਸ਼ੁਰੂ ਕੀਤੀ ਤੇ 11 ਤਰੀਕ ਦੇ ਦਿਨ ਸੋਮਵਾਰ ਨੂੰ 9:10 के करीब ਅਧਿਕਾਰੀਆਂ ਨੇ ਸਾਈਨ ਕੀਤੇ ਹੈ। ਸਾਰਿਆਂ ਨੇ ਹੈਂਡ ਰਿਟਨ ਐਂਡੋਰਸਮੈਂਟ ਦੇ ਵਿੱਚ ਸਾਈਨ ਕੀਤੇ ਨੇ, ਔਰ ਜਿਨ੍ਹਾਂ ਚੋਂ 8 ਨੇ ਤਰੀਕ 8 ਮਾਰਚ ਪਾਈ ਹੈ ਕਿ 8/3 ਬੈਕ ਡੇਟ ਪਾਈਆਂ ਕੀਤੀਆਂ 11 ਮਾਰਚ ਨੂੰ ਹੈ, ਤੇ ਉਹ ਵੀ 3 ਅਲੱਗ-ਅਲੱਗ ਲੋਕੇਸ਼ਨਾਂ ਤੇ, ਜਿਸੋਂ ਹੈ ਚਮਕੌਰ ਸਾਹਿਬ, ਮੋਰਿੰਡਾ, ਮੋਰਿੰਡਾ, ਚਮਕੌਰ ਸਾਹਿਬ ਔਰ ਰੋਪੜ, ਤੇ 3 ਥਾਂ ਤੋਂ ਅਧਿਕਾਰੀਆਂ ਨੇ। ਚਮਕੌਰ ਸਾਹਿਬ ਤਹਿਸੀਲ ਹੈ। 3 ਥਾਂ ਦੇ ਅਧਿਕਾਰੀਆਂ ਨੇ ਇੱਕੋ ਹੀ ਤਰੀਕ 'ਚ ਸਾਈਨ ਕੀਤੀਆਂ ਨੇ, ਤੇ 10 ਤਰੀਕ ਨੂੰ ਸਾਈਨ ਕਰਵਾ ਕੇ ਫਿਰ ਉਹਦਾ ਲਾਇਸੈਂਸ ਦਾ 11 ਮਾਰਚ ਕਰਵਾ ਕੇ ਸੋਮਵਾਰ ਨੂੰ ਸ਼ਾਮ ਨੂੰ ਕੰਪਿਊਟਰ ਐਂਟਰੀ ਕਰ ਦਿੱਤੀ, ਤੇ ਬਾਕੀ ਕੰਮ 12 ਤਰੀਕ ਨੂੰ ਕੀਤਾ ਦਫ਼ਤਰ ਨੇ। ਤੇ ਉਹ ਕੀ ਕੀਤਾ ਕੰਮ 12 ਨੂੰ ਬਾਕੀ ਕਾਰਵਾਈ ਕਰਦੇ ਹੋਏ ਜਿਹੜਾ ਇੱਕ ਦਾ ਸਿਗਨੇਚਰ ਡੀਐਮ ਸਾਹਿਬ ਦਾ ਕੋਈ ਰਹਿੰਦਾ ਸੀ, ਤੇ ਕੰਪਿਊਟਰ ਦੀ ਕਾਰਵਾਈ ਕਰਦੇ ਹੋਏ 12 ਤਰੀਕ ਸ਼ਾਮ ਨੂੰ ਉਹਨੂੰ ਲਾਇਸੈਂਸ ਰਿਵਾਲਵਰ ਦਾ ਦਿੱਤਾ ਗਿਆ। ਇਹਦਾ ਪ੍ਰੂਫ ਇਹ ਹੈ ਕਿ ਜਿਹੜੀ 11 ਮਾਰਚ ਦੀ ਤਰੀਕ ਸੀ ਡੀਐਮ ਆਫਿਸ 'ਚ, ਉਹ ਐਕਚੁਅਲੀ 12 ਮਾਰਚ ਦਿਖਾ ਰਹੀ ਹੈ ਸੈਂਟਰਲ ਡਾਟਾਬੇਸ 'ਚ। ਉਹਨੂੰ ਮਰਵਾਇਆ ਗਿਆ ਕਿਉਂਕਿ ਨੇਹਾ ਸ਼ੌਰੀ ਸਾਨੂੰ ਤੇ ਇਨਵੈਸਟੀਗੇਸ਼ਨ ਦਾ ਪੁਲਿਸ ਦਾ ਦਾਇਰੇ 'ਚ ਆਉਂਦਾ, ਸਾਡੇ ਦਾਇਰੇ 'ਚ ਨਹੀਂ ਆਉਂਦਾ। ਤਾਂ ਅਸੀਂ ਜਿੰਨਾ ਕੁ ਸਮਝ ਪਾਏ ਹਾਂ, ਕਿਉਂਕਿ ਸਾਡੀ ਧੀ ਮਾਰੀ ਗਈ ਆ, ਤਾਂ ਜਿੰਨਾ ਕੁ ਮੈਂ ਸਮਝ ਪਾਇਆ ਕਿ ਇਹ ਹੈ ਕਿ ਬੇਟੀ ਨਸ਼ੇ ਦੀ ਦਵਾਈਆਂ 'ਤੇ ਰੋਕਥਾਮ ਕਰਦੀ ਸੀਗੀ, ਪੰਜਾਬ ਦੀ ਫਲਾਈਂਗ ਸਕੁਆਡ ਹੈਡ ਵੀ ਸੀਗੀ। ਉਹਨੂੰ ਡੀ ਐਡਿਕਸ਼ਨ ਸੈਂਟਰ ਦੀ ਇੰਸਪੈਕਸ਼ਨ 'ਚ 1 ਜੁਲਾਈ 2018 ਨੂੰ ਐਸੋਸੀਏਟ ਕੀਤਾ ਗਿਆ, ਜਿਹਤੇ ਉਹ ਤੋਂ ਰਿਪੋਰਟ ਲਿੱਤੀ ਗਈ ਕਿ ਇਹ ਜਿਹੜੀਆਂ ਬੂਪਰਨੋਰਫਿਨ ਗੋਲੀਆਂ ਇਹ ਬਾਹਰ ਮਿਸਯੂਜ਼ ਵੇਚੀਆਂ ਜਾ ਰਹੀਆਂ ਤੇ ਮਿਸਯੂਜ਼ ਹੋ ਰਹੀਆਂ ਨੇ, ਤੇ ਇੰਨੀਆਂ ਜ਼ਿਆਦਾ ਲਿੱਤੀਆਂ ਜਾ ਰਹੀਆਂ ਨੇ, ਇਹਦੀਆਂ ਪਿਲਫਰੇਜ ਹੋ ਰਹੀ ਆ। ਉਹ ਤੋਂ ਰਿਪੋਰਟ ਲਿੱਤੀ ਗਈ, ਜਿਸ ਦੇ ਕਾਰਨ ਉਹਨੂੰ ਮਾਰ ਦਿੱਤਾ ਗਿਆ। ਤੇ ਮੈਂ ਚਿੰਤਿਤ ਹੋ ਕੇ ਜਿਹੜੇ ਟੌਪ ਦੇ ਵਕੀਲ ਸਾਹਿਬ ਸੀਗੇ ਕ੍ਰਿਮੀਨਲ ਮੈਟਰ ਦੇ, ਵਿਨੋਦ ਕਈ ਸਾਹਿਬ, ਮੈਂ ਉਹਨਾਂ ਦੇ ਘਰ ਦਰਵਾਜ਼ਾ ਖਟਖਟਾਇਆ ਕਿ ਮੈਂ ਮਿੰਨਤਾਂ ਕੀਤੀਆਂ ਕਿ ਮੈਨੂੰ ਇਨਸਾਫ ਕਰਾ ਕੇ ਦਿਓ, ਤੇ ਉਹਨਾਂ ਨੇ ਮੇਰਾ ਕੇਸ ਫਰਵਰੀ 'ਚ 2020 'ਚ ਲੈ ਲਿੱਤਾ। ਤੇ ਉਹ ਤੋਂ ਬਾਅਦ ਜਿਹੜੀਆਂ ਡੇਟਾ ਪੈਂਦੀਆਂ ਨੇ ਕੰਪਿਊਟਰ 'ਤੇ ਵੀਡੀਓ ਕਾਲ 'ਤੇ, ਉਹ ਸ਼ਾਇਦ ਉਹ ਵੀ ਮਿਲਾ ਕੇ ਜਾਂ ਉਹ ਤੋਂ ਅਲੱਗ ਕਰੀਬ 20 ਵਾਰ ਸੁਣਵਾਈ ਹੋ ਚੁੱਕੀ ਆ, ਤੇ 20 ਵਾਰੀ ਹੋਈ ਹੈ ਕਿ ਪੋਸਟਪੋਨ ਹੋਈ ਹੈ ਸੁਣਵਾਈ, ਔਰ ਅਗਲੀਆਂ ਡੇਟਾ ਪਾ ਕੇ 20 ਵਾਰ ਕੇਸ, 20 ਵਾਰ ਦੇ ਤੋਂ ਉੱਤੇ ਕੇਸ ਆਦਰਨੀਆ
ਉੱਚ ਨਿਆਲਿਆ ਦੇ ਅਧੀਨ ਦੇਖ ਰੇਖ 'ਚ ਐਗਜ਼ਾਮਿਨ ਹੋ ਚੁੱਕਿਆ। ਪਰ ਮੇਰੀ ਇਹ ਮੈਨੂੰ ਦੁੱਖ ਹੈ ਕਿ ਸਾਰੀਆਂ ਜਿੰਨੀਆਂ ਹਾਲੇ ਤੱਕ ਹੋਈਆਂ ਐਡਜਰਨਮੈਂਟ ਹੋਈਆਂ ਹਾਲੇ ਔਰ ਪੂਰੀ ਕਰੀਬ ਪੌਣੇ 4 ਸਾਲ ਹੋ ਗਏ, ਹਾਲੇ ਤੱਕ ਕੁਝ ਨਹੀਂ ਹੋਇਆ। ਸਿਰਫ ਇੰਨਾ ਪੁੱਛਿਆ ਗਿਆ ਕਿ ਮੋਬਾਈਲ ਲੈਪਟਾਪ ਨੇਹਾ ਸ਼ੌਰੀ ਦਾ ਕਿਹਦੇ ਕੋਲ ਹੈ, ਜਿਹਦਾ ਰਿਪੋਰਟ ਦੇਣ ਲਈ ਵੀ ਪੁਲਿਸ ਨੇ ਸ਼ਾਇਦ 10-15 ਡੇਟਾ ਕੱਢਤੀਆਂ ਐਡਜਰਨਮੈਂਟਸ। ਹਾਂ 10-15 ਡੇਟਾ ਸਿਰਫ ਇਹ 'ਚ ਹੀ ਕੱਢਤੀਆਂ ਕਿ ਦੱਸਣ ਲਈ ਕਿ ਉਹਦਾ ਮੋਬਾਈਲ ਲੈਪਟਾਪ ਕਿਹਦੇ ਕੋਲ ਹੈ। ਤੋ 4 ਸਾਲ ਹੋ ਗਏ ਕੇਸ ਨੂੰ ਪਾਏ ਔਰ ਕੇਸ 4.5 ਸਾਲ ਹੋਣ ਲੱਗੇ ਹੈ ਮਰਡਰ ਹੋਏ, ਹਾਲੇ ਤੱਕ ਕੁਝ ਨਹੀਂ ਹੋਇਆ। ਤੇ ਹੁਣ ਜਿਹੜੀ ਡੇਟ ਪਈ ਹੈ 11 ਜੁਲਾਈ ਨੂੰ, ਨਾ ਹੀ ਕੋਈ ਵੀਡੀਓ ਕਾਨਫਰੰਸ ਹੋਈ, ਮੀਂਹ ਕਰਕੇ ਡੇਟ ਅਗਲੀ ਪੈ ਗਈ। ਔਰ ਕਿਹੜੀ ਡੇਟ ਪਈ 28 ਨਵੰਬਰ, 4.5 ਮਹੀਨੇ ਬਾਅਦ। ਤੋ ਜੇ 5 ਸਾਲ 4.5 ਸਾਲ ਮਰਡਰ ਤੋਂ ਬਾਅਦ ਜੇ ਇੱਦਾਂ ਡੇਟਾਂ ਪੈ ਰਹੀਆਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਇਨਸਾਫ ਦੇ ਹੋ ਸਕਦਾ ਹੈ। ਇਸ ਕੇਸ ਦੇ ਕੁਝ ਅਹਿਮ ਸਵਾਲ ਜਿਹੜੇ ਕਿ ਪੁਲਿਸ ਨੂੰ ਪੁੱਛਣੇ ਬਣਦੇ ਹਨ। ਸਵਾਲ ਨੰਬਰ 1, SIT ਨੇ 3 ਮਹੀਨੇ ਤੋਂ ਵੀ ਹਾਦਸੇ ਦੇ 3 ਮਹੀਨੇ ਤੋਂ ਵੀ ਵੱਧ ਸਮਾਂ ਨਿਕਲਣ ਦੇ ਬਾਅਦ ਫੋਰੈਂਸਿਕ ਐਕਸਪਰਟਸ ਨੂੰ ਪ੍ਰੋਬ ਕਰਨ ਲਈ, ਇਨਵੈਸਟੀਗੇਸ਼ਨ ਕਰਨ ਲਈ ਨੇਹਾ ਸ਼ੌਰੀ ਦੇ ਦਫ਼ਤਰ ਭੇਜਿਆ ਜਿੱਥੇ ਕਿ ਹਾਦਸਾ ਹੋਇਆ ਸੀ। 3 ਮਹੀਨੇ ਤੋਂ ਵੀ ਵੱਧ ਸਮਾਂ ਨਿਕਲਣ ਦੇ ਬਾਅਦ ਤੇ 4 ਮਹੀਨੇ ਤੋਂ ਵੱਧ ਸਮਾਂ ਹੋਣ ਦੇ ਬਾਅਦ ਜਿਹੜੇ ਕੇਸ ਐਵੀਡੈਂਸ ਸੀ, ਜਿਵੇਂ ਕਿ ਨੇਹਾ ਦਾ ਮੋਬਾਈਲ ਫੋਨ ਤੇ ਲੈਪਟਾਪ ਤੇ ਬਲਵਿੰਦਰ ਦੀ ਪਿਸਤੌਲ ਤੇ ਹੋਰ ਜਿਹੜੇ ਉੱਥੇ ਕਾਰਤੂਸ ਚੱਲੇ, ਕਾਰਤੂਸ ਜਿਹੜੀਆਂ ਗੋਲੀਆਂ ਤੇ ਉਹ ਸਾਰਾ ਕੁਝ ਫੋਰੈਂਸਿਕ ਲੈਬ ਵਿੱਚ 4 ਮਹੀਨੇ ਤੋਂ ਵੀ ਵੱਧ ਸਮਾਂ ਲੰਘਣ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਫੋਰੈਂਸਿਕ ਲੈਬ 'ਚ ਭੇਜੀਆਂ। ਸਵਾਲ ਨੰਬਰ 2, ਪੋਸਟਮਾਰਟਮ ਦੇ ਦੌਰਾਨ ਇਹ ਪਾਇਆ ਗਿਆ ਕਿ ਬਲਵਿੰਦਰ ਦੇ ਜਿਹੜੇ ਜ਼ਖਮ ਦੇ ਨਿਸ਼ਾਨ ਸਨ, ਜਿਹੜੀਆਂ 2 ਗੋਲੀਆਂ ਜਿਹਦੇ ਨਾਲ ਉਸਦੀ ਜਾਨ ਗਈ ਸੀ, ਉਹ ਨਿਸ਼ਾਨ ਓਵਲ ਸ਼ੇਪ ਦੇ ਸਨ, ਉਹ ਗੋਲ ਨਹੀਂ ਸਨ, ਜਦ ਕਿ ਨੇਹਾ ਦੇ ਸਰੀਰ 'ਚ ਗਈਆਂ ਸੀ ਉਸ ਦੇ ਨਿਸ਼ਾਨ ਜਿਹੜੇ ਪੂਰੇ ਰਾਊਂਡ ਸ਼ੇਪ ਤੇ ਸਨ, ਰਾਊਂਡ ਸ਼ੇਪ ਦੀ ਜਿਹੜੀਆਂ ਗੋਲੀਆਂ ਗਈਆਂ ਸਨ। ਇਹ ਜਿਹੜਾ ਤੱਥ ਹੈ ਇਸ ਨੂੰ ਵੀ SIT ਨੇ ਇਗਨੋਰ ਕੀਤਾ, ਇਸ ਨੂੰ ਨਜ਼ਰਅੰਦਾਜ਼ ਕੀਤਾ। ਇਹ ਜਿਹੜਾ ਤੱਥ ਹੈ ਇਹ SIT ਦੇ ਇਸ ਆਰਗੂਮੈਂਟ ਦੇ ਵੀ ਉਲਟ ਜਾਂਦਾ ਹੈ ਕਿ ਬਲਵਿੰਦਰ ਸਿੰਘ ਨੇ ਨੇਹਾ ਨੂੰ ਗੋਲੀਆਂ ਮਾਰਨ ਤੋਂ ਬਾਅਦ ਉਸੇ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਆਪਣੀ ਜਾਨ ਲੈ ਲਈ। ਸਵਾਲ ਨੰਬਰ 3, ਜਿਹੜੀਆਂ 2 ਗੋਲੀਆਂ ਬਲਵਿੰਦਰ ਦੇ ਸਰੀਰ ਤੋਂ ਕੱਢੀਆਂ ਗਈਆਂ ਸਨ, ਪੋਸਟਮਾਰਟਮ ਵੇਲੇ ਮਿਲੀਆਂ ਸਨ, ਉਹ ਸੀਲਡ ਲਿਫਾਫੇ ਵਿੱਚ ਫੋਰੈਂਸਿਕ ਲੈਬ ਵਿੱਚ ਨਹੀਂ ਭੇਜੀਆਂ ਸਨ। ਸਾਡੇ ਕੋਲ ਇਸ ਤਰ੍ਹਾਂ ਦੇ ਡਾਕੂਮੈਂਟ ਨੇ ਜਿਹੜੇ ਇਹ ਸਾਫ਼ ਤੌਰ ਤੇ ਦਰਸਾਉਂਦੇ ਨੇ। ਸਵਾਲ ਨੰਬਰ 4, ਜੇ ਬਲਵਿੰਦਰ ਨੇ ਆਪਣੇ .32 ਬੋਰ ਰਿਵਾਲਵਰ ਤੋਂ 6 ਦੀਆਂ 6 ਗੋਲੀਆਂ ਨੇਹਾ ਵੱਲ ਚਲਾਈਆਂ ਸਨ ਤਾਂ ਉਹ ਆਪਣੇ ਖਾਲੀ ਪਿਸਤੌਲ ਨਾਲ ਆਪਣੀ ਜਾਨ ਕਿਵੇਂ ਲੈ ਸਕਦਾ ਹੈ? ਇਸ ਪੱਖ ਤੇ ਵੀ SIT ਦੀ ਰਿਪੋਰਟ ਚੁੱਪ ਹੈ। ਸਵਾਲ ਨੰਬਰ 5, ਦਸਤਾਵੇਜ਼ ਇਹ ਦੱਸਦੇ ਹਨ ਕਿ ਬਲਵਿੰਦਰ ਨੂੰ ਆਰਮਜ਼ ਲਾਇਸੈਂਸ 12 ਮਾਰਚ 2019 ਨੂੰ ਮੁਹੱਈਆ ਕਰਾਇਆ ਗਿਆ। 12 ਮਾਰਚ ਜਦੋਂ ਕਿ ਲੋਕ ਸਭਾ ਚੋਣਾਂ ਦਾ ਇਲੈਕਸ਼ਨ ਕੋਡ ਲੱਗਿਆ ਹੋਇਆ ਸੀ, 10 ਮਾਰਚ ਨੂੰ ਇਲੈਕਸ਼ਨ ਕੋਡ ਜਾਰੀ ਹੋਇਆ ਸੀ। ਸਵਾਲ ਨੰਬਰ 6, ਨੇਹਾ ਤੇ ਬਲਵਿੰਦਰ ਨੂੰ ਹਾਦਸੇ ਤੋਂ ਤੁਰੰਤ ਬਾਅਦ ਵੱਖਰੇ ਹਸਪਤਾਲਾਂ 'ਚ ਕਿਉਂ ਭੇਜਿਆ ਗਿਆ? ਨੇਹਾ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ ਤੇ ਪੁਲਿਸ ਨੇ ਬਲਵਿੰਦਰ ਨੂੰ PGI ਹਸਪੀਟਲ ਭੇਜਿਆ। ਸਵਾਲ ਨੰਬਰ 7, ਜਿਹੜਾ ਕਿ ਬਹੁਤ ਅਹਿਮ ਸਵਾਲ ਹੈ, SIT ਨੇ ਨੇਹਾ ਦੇ ਮਾਤਾ-ਪਿਤਾ ਦਾ ਬਿਆਨ ਕਿਉਂ ਨਹੀਂ ਲਿਆ? ਸਵਾਲ ਨੰਬਰ 8, ਪੰਜਾਬ ਡਰੱਗ ਕੰਟਰੋਲਰ ਦਫ਼ਤਰ ਦੇ ਅੰਦਰ CCTV ਫੁਟੇਜ ਨੂੰ ਐਵੀਡੈਂਸ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ? ਸਵਾਲ ਨੰਬਰ 9, ਪੰਜਾਬ ਪੁਲਿਸ ਨੇ ਨੇਹਾ ਦੇ ਸੈੱਲ ਫੋਨ ਦਾ ਡਾਟਾ ਪੂਰਾ ਸਾਫ਼ ਕਿਉਂ ਕਰ ਦਿੱਤਾ, ਪੂਰਾ ਡਾਟਾ ਡਿਲੀਟ ਕਿਉਂ ਕਰ ਦਿੱਤਾ? ਇਸ ਦੇ ਨਾਲ ਹੀ ਜੁੜਿਆ ਇੱਕ ਬਹੁਤ ਅਹਿਮ ਸਵਾਲ ਇਹ ਵੀ ਹੈ ਕਿ ਜਦੋਂ ਪੁਲਿਸ ਨੇ ਨੇਹਾ ਦਾ ਲੈਪਟਾਪ ਤੇ ਸੈੱਲ ਫੋਨ ਆਪਣੀ ਹਿਰਾਸਤ 'ਚ ਲਿਆ, ਉਸ ਦੀ ਹੈਸ਼ ਵੈਲਿਊ ਡਰੱਗ ਕੰਟਰੋਲਰ ਦੇ ਇੰਚਾਰਜ ਉੱਥੇ ਦੇ ਡਿਪਾਰਟਮੈਂਟ ਦੇ ਹੈੱਡ ਨੂੰ ਕਿਉਂ ਨਹੀਂ ਦਿੱਤੀ ਗਈ? ਇਹਨਾਂ ਸਵਾਲਾਂ ਨੂੰ ਲੈ ਕੇ ਅਸੀਂ ADGP ਪ੍ਰਬੋਧ ਕੁਮਾਰ, ਜਿਨ੍ਹਾਂ ਦੀ ਰਹਿਨੁਮਾਈ ਹੇਠ SIT ਬਣੀ ਸੀ ਤੇ SIT ਨੇ ਆਪਣਾ ਕੰਮ ਕੀਤਾ ਸੀ, ਅਸੀਂ ਪ੍ਰਬੋਧ ਕੁਮਾਰ ਜੀ ਨੂੰ ਫੋਨ ਤੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਇਸ ਬਾਰੇ ਸਵਾਲ ਪੁੱਛਣਾ ਚਾਹੇ, ਲੇਕਿਨ ਉਹਨਾਂ ਨੇ ਇਸ ਮੁੱਦੇ 'ਤੇ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਹੁਣ ਕੁਝ ਵੀ ਯਾਦ ਨਹੀਂ ਕਿਉਂਕਿ ਇਸ ਹਾਦਸੇ ਨੂੰ 3-4 ਵਰ੍ਹੇ ਬੀਤ ਚੁੱਕੇ ਹਨ।
ਤੇ ਉਹਨਾਂ ਦਾ ਇਸ ਕੇਸ ਨਾਲ ਹੁਣ ਕੋਈ ਲੇਖਾ ਜੋਖਾ ਨਹੀਂ ਰਹਿ ਜਾਂਦਾ। ਮੈਂ ਲੋਕਾਂ ਨੂੰ ਕਹਿੰਦੀ ਹਾਂ ਨਾ, ਤੋਂ ਡਰਨ ਦੀ ਕੋਈ ਗੱਲ ਨਹੀਂ ਹੈ। ਅਸੀਂ ਡਰ ਕੇ ਕਿਉਂ ਅੰਦਰ ਵੜੀ ਜਾਂਦੇ ਹਾਂ? ਆਪਣੇ ਪੰਜਾਬ ਸਾਡਾ ਖਾਲੀ ਹੋ ਚੁੱਕਿਆ ਲੋਕਾਂ ਤੋਂ, ਸਾਰੇ ਯੂਥ ਬਾਹਰ ਚਲੇ ਗਏ ਆ, ਇੰਨੇ ਮਾਂ-ਬਾਪ ਫਰਸਟ੍ਰੇਟਡ ਹੈ, ਇੰਨੇ ਨਸ਼ੇ ਨਾਲ ਮਰ ਰਹੇ ਆ। ਅਗਰ ਨਹੀਂ ਕੁਝ ਕਰ ਰਹੇ ਨੇਤਾ, ਨਹੀਂ ਪੁਲਿਸ ਕੁਝ ਕਰ ਰਹੀ, ਤਾਂ ਅਸੀਂ ਕਿਉਂ ਨਹੀਂ ਲੜਦੇ? ਜਦ ਅਸੀਂ ਦੁਨੀਆ 'ਚ ਕੁਝ ਵੀ ਹੋਵੇ, ਪੰਜਾਬੀ ਖੜੇ ਹੋ ਜਾਂਦੇ ਆ, ਸਿੱਖ ਖੜੇ ਹੋ ਜਾਂਦੇ ਉੱਥੇ ਸੇਵਾ ਲਈ। ਇਹ ਸਾਡੀ ਸੇਵਾ ਆਪਣੇ ਬੱਚਿਆਂ ਲਈ, ਅਸੀਂ ਉੱਥੋਂ ਕਿਉਂ ਦੂਰ ਜਾ ਰਹੇ ਹਾਂ? ਇਹਨਾਂ ਨੂੰ ਫੜ ਲੈਣਾ ਚਾਹੀਦਾ ਸੀ। ਕਿਸੇ ਦੀ ਹਿੰਮਤ ਕਿੱਦਾਂ ਪੈ ਗਈ ਮੇਰੀ ਲੜਕੀ ਨੂੰ ਪੰਜਾਬ ਗਵਰਨਮੈਂਟ ਆਫਿਸ ਜਾ ਕੇ ਮਾਰ ਜਵੇ? ਠੀਕ ਹੈ ਨਾ, ਇਹ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਉਹਨਾਂ ਦੇ ਕਲੰਕ ਹੈ ਪੰਜਾਬ ਗਵਰਨਮੈਂਟ ਤੇ। ਇਹ ਕਦੀ ਇਸ ਪਾਪ ਤੋਂ ਆਪਣੇ ਆਪ ਨੂੰ ਬਖਸ਼ ਨਹੀਂ ਸਕਣਗੇ, ਚਾਹੇ ਉਹ ਅਮਰਿੰਦਰ ਹੈ, ਚਾਹੇ ਉਹਦੀ ਪੁਲਿਸ ਹੈ। ਕਾਹਦੇ ਲਈ ਬਣਾਇਆ ਹੈ ਅਸੀਂ ਚੀਫ ਮਿਨਿਸਟਰ? ਅਗਰ ਇਹ ਨਿਹੱਥੀ ਕੁੜੀਆਂ ਨੂੰ ਬਿਠਾ ਕੇ ਆਫਿਸ 'ਚ ਬੰਦਿਆਂ ਨੂੰ ਭੇਜ ਕੇ ਮਰਵਾਉਣਗੇ ਤਾਂ ਇਹਨਾਂ ਨੂੰ ਕੌਣ ਵੋਟਾਂ ਦੇਗਾ? ਕਿਉਂ ਅਸੀਂ ਇਹਨਾਂ ਨੂੰ ਵੋਟਾਂ ਦੇ ਕੇ ਚੁਣਦੇ ਹਾਂ? ਕਿਉਂ ਇਹਨਾਂ ਨੇ ਸੋਸਾਇਟੀ ਨੂੰ ਇਸ ਸਟੇਟਸ 'ਤੇ ਲਿਆਂਦਾ ਕਿ ਕੋਈ ਉੱਠ ਕੇ ਜਨਾਨੀ ਨੂੰ ਮਾਰ ਦੇਵੇ? ਅਫਗਾਨਿਸਤਾਨ 'ਚ ਇੰਨਾ ਕੁਛ ਹੁੰਦਾ। ਮੈਂ ਅੱਗੇ ਵੀ ਕਿਹਾ ਸੀਗਾ, ਪੰਜਾਬ ਦੇ ਸੈਕਟਰੀ ਨੂੰ ਵੀ ਕਹਿ ਚੁੱਕੀ ਹਾਂ ਮੈਂ ਕਿ ਤਾਲੀਬਾਨ ਵੀ ਕੁਝ ਕਰਦੀ ਸੀ ਤਾਂ ਔਰਤਾਂ ਦਾ ਸਿਰ ਥੱਲੇ ਕਰਕੇ ਉਹਨਾਂ ਨੂੰ ਗੋਲੀ ਮਾਰਦੀ ਸੀਗੀ। ਮੇਰੀ ਬੇਟੀ ਤੇ ਛਾਤੀ 'ਚ ਮਾਰੀਆਂ ਇਹਨਾਂ ਨੇ, ਉਹ ਕੰਮ ਕਰ ਰਹੀ ਸੀ ਆਫਿਸ 'ਚ। ਪੰਜਾਬ ਗਵਰਨਮੈਂਟ ਮੇਰੀ ਕੁੜੀ ਨੂੰ ਵਾਪਸ ਕਰ ਦੇਵੇ, ਲਿਆ ਸਕਦੇ ਆ? ਇਹਨਾਂ ਦੇ ਬੱਚੇ ਕਿਉਂ ਨਹੀਂ ਮਰਦੇ? ਭਲੇ ਲੋਕੋ, ਤੁਸੀਂ ਦੇਖੋ ਪੂਰੇ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਵੱਡੇ ਹੋਰਡਿੰਗ ਲੱਗੇ ਹੋਏ ਨੇ। ਇਹ ਡਰੱਗ ਕੰਟਰੋਲਰ ਬਿਲਡਿੰਗ ਦੇ ਸਾਹਮਣੇ, ਜਿੱਥੇ ਕਿ ਨੇਹਾ ਚੌਧਰੀ ਦਾ ਮਰਡਰ ਹੋਇਆ ਸੀ, ਆਪਣੇ ਦਫ਼ਤਰ ਕੁਰਸੀ ਦੇ ਵਿੱਚ ਬੈਠੇ ਬੈਠੇ 2019, ਉਸ ਦੇ ਸਾਹਮਣੇ ਹੋਰਡਿੰਗ ਲੱਗਿਆ ਹੈ। ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਨੌਜਵਾਨਾਂ ਨੂੰ 29,000 ਤੋਂ ਵੱਧ ਨੌਕਰੀਆਂ, ਇੱਥੇ ਵੀ ਨੌਕਰੀਆਂ ਦਾ ਜਿਹੜਾ ਹੋਰਡਿੰਗ ਲੱਗਿਆ ਹੈ ਪੂਰੇ ਪੰਜਾਬ 'ਚ। ਜੇ ਨਸ਼ਿਆਂ ਦਾ ਮੁੱਦਾ ਬਣਿਆ ਸੀ ਚੋਣਾਂ ਵੇਲੇ, ਕੇਜਰੀਵਾਲ ਤੇ ਭਗਵੰਤ ਮਾਨ ਨੇ ਕਿਹਾ ਸੀ ਅਸੀਂ 2-3 ਮਹੀਨਿਆਂ ਦੇ ਅੰਦਰ ਨਸ਼ਾ ਖਤਮ ਕਰ ਦਿਆਂਗੇ। ਤੁਸੀਂ ਸਾਡੇ ਪਹਿਲੇ ਅੰਕ 'ਚ ਦੇਖਿਆ ਬਈ ਪੰਜਾਬ ਦਾ ਕੀ ਹਾਲ ਹੈ। ਮਾਲਵੇ 'ਚ ਅਸੀਂ ਗਏ, ਬਠਿੰਡਾ, ਮਾਨਸਾ, ਮੁਕਤਸਰ ਦੇ ਪਿੰਡਾਂ 'ਚ, ਸ਼ਹਿਰਾਂ 'ਚ ਘੁੰਮੇ, ਤੁਸੀਂ ਉਹਨਾਂ ਦੀ ਨਸ਼ਾ ਕਰਨ ਵਾਲੇ ਬੱਚਿਆਂ ਦੀ ਹਾਲਤ ਦੇਖੀ। ਲੇਕਿਨ ਹੁਣ ਤੁਸੀਂ ਦੇਖੋ, ਇੱਕ ਵੀ ਹੋਰਡਿੰਗ ਪੂਰੇ ਪੰਜਾਬ 'ਚ ਨਹੀਂ ਹੈ ਜਿਹੜਾ ਨਸ਼ਿਆਂ ਦੀ ਗੱਲ ਕਰ ਰਿਹਾ ਹੈ ਵੀ ਅਸੀਂ ਕੋਈ ਨਸ਼ਾ ਖਤਮ ਕਰ ਦਿੱਤਾ, ਨੌਕਰੀਆਂ ਦੇ ਬਾਰੇ। ਔਰ ਇਹ ਕਿੰਨਾ ਇਹਦੇ ਪਿੱਛੇ ਕਿੰਨੀ ਸੱਚਾਈ ਹੈ, ਇਹ ਜੇ ਤੁਸੀਂ ਪੰਜਾਬ ਦਾ ਸਟੈਟਿਸਟੀਕਲ ਐਬਸਟਰੈਕਟ ਰਿਪੋਰਟ ਕੱਢ ਕੇ ਦੇਖ ਲਓਗੇ, ਤੁਹਾਡੇ ਸਾਹਮਣੇ ਸਾਰੇ ਆંકੜੇ ਆ ਜਾਣਗੇ ਕਿ ਇਹ ਗੱਲ ਵੀ ਜਿਹੜੀ ਨੌਕਰੀਆਂ ਵਾਲੀ ਹੈ ਕਿੱਡਾ ਵੱਡਾ ਝੂਠ ਹੈ, ਕੋਰਾ ਝੂਠ ਹੈ।